ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੱਖੀ ਕਲਾਂ ਖੁਰਦ ਦੇ ਜੰਪਲ ਸਤਨਾਮ ਸਿੰਘ ਨੇ ਲੋਕ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਫਰਵਰੀ 2000 ਚ ਉਹਨਾਂ ਨੇ ਕੰਨਿਆ ਕੁਮਾਰੀ ਤੱਕ ਸਾਈਕਲ ਯਾਤਰਾ ਕੀਤੀ ਅਤੇ ਉਹਨਾਂ ਨੇ 200 ਤੋਂ ਵੱਧ ਸਨਮਾਨ ਸਰਟੀਫਿਕੇਟ ਮਿਲਣ ਦੇ ਬਾਵਜੂਦ ਵੀ ਸਤਨਾਮ ਸਿੰਘ ਆਪਣੀ ਫੈਮਿਲੀ ਨਾਲ ਗਰੀਬੀ ਦੇ ਹਨੇਰੇ 'ਚ ਜ਼ਿੰਦਗੀ ਬਤੀਤ ਕਰ ਰਿਹਾ ਹੈ। ਆਓ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। न्यूज़ चैनल देख रहे दर्शकों ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਸਾਜਨ ਗਿੱਲ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਫਰੀਦਕੋਟ ਦੇ ਇੱਕ ਪੱਖੀ ਖੁਰਦ ਪਿੰਡ ਵਿੱਚ ਸਤਨਾਮ ਸਿੰਘ ਜੀ ਦੇ ਘਰ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਸੋਸ਼ਲ ਵਰਕ ਕੀਤਾ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਤਨਾਮ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਇਸ ਚੈਨਲ ਦਾ ਧੰਨਵਾਦ ਕਰਦਾ। ਸਤਨਾਮ ਜੀ, ਤੁਹਾਡੀ ਫੈਮਿਲੀ 'ਚ ਕੌਣ-ਕੌਣ ਨੇ ਜੀ? ਮੇਰੇ 3 ਬੇਟੇ ਆ, ਮੈਡਮ ਜੀ ਆ ਘਰੇ। ਅਸੀਂ 5 ਮੈਂਬਰ ਫੈਮਿਲੀ ਦੇ। ਹਾਂਜੀ ਸਤਨਾਮ ਜੀ, ਤੁਸੀਂ ਆਪਣੀ ਐਜੂਕੇਸ਼ਨ ਕਿੱਥੋਂ ਸਟਾਰਟ ਕੀਤੀ ਸੀ? ਮੈਂ ਨਰਸਰੀ ਤੋਂ ਜੋ ਸਕੂਲਾਂ ਦੇ ਵਿੱਚ ਹੁੰਦੀ ਆ, ਤੇ ਮੈਂ ਪ੍ਰਾਇਮਰੀ ਸਕੂਲ ਦੇ ਵਿੱਚ ਪਿੰਡ ਪੱਧਰ ਤੇ ਪੜ੍ਹਿਆ। ਫਿਰ ਮੈਂ ਜੋ ਹਾਈ ਸਕੂਲ ਦੀ ਐਜੂਕੇਸ਼ਨ ਮੈਂ ਫਰੀਦਕੋਟ ਤੋਂ ਲਈ, ਅਮਰਜੋਤ ਮਾਡਲ ਸਕੂਲ ਜਨਤਾ ਅਕੈਡਮੀ 'ਚ ਉੱਥੋਂ +2 ਕੀਤੀ। ਫਿਰ ਮੈਂ ਉਸ ਤੋਂ ਬਾਅਦ BA ਫਸਟ ਈਅਰ 1 ਸਾਲ ਉਹ ਕੋਟਕਪੂਰੇ SBS ਕਾਲਜ, ਸ਼ਹੀਦ ਭਗਤ ਸਿੰਘ ਕਾਲਜ ਦੇ ਵਿੱਚ ਕੀਤਾ ਜੀ। ਤੁਸੀਂ ਸੰਘਰਸ਼ ਕਰ ਰਹੇ ਹੋ, ਇਹਦੇ ਵਿੱਚ ਕਿੱਦਾਂ ਤੁਸੀਂ ਇਸ ਲਾਈਨ 'ਚ ਕਿੱਦਾਂ ਆਏ ਤੁਸੀਂ? ਹਾਂਜੀ, ਮੈਂ ਜਦੋਂ ਕਿ ਮੈਂ ਪੜ੍ਹਦਾ ਸੀਗਾ, ਉਸ ਤੋਂ ਬਾਅਦ ਪੜ੍ਹਾਈ ਦੇ ਵਿੱਚ ਪਹਿਲਾਂ ਮੈਂ ਪੜ੍ਹਾਈ ਦੇ ਵਿੱਚ ਹੀ ਇੱਕ ਯੂਥ ਕਲੱਬ ਦੇ ਵਿੱਚ ਜੁੜ ਗਿਆ ਸੀਗਾ। ਉਸ ਤੋਂ ਬਾਅਦ ਮੈਂ ਯੂਥ ਸੇਵਾਵਾਂ ਕਲੱਬ ਦੇ ਨਾਲ ਜੁੜ ਗਿਆ। ਪਹਿਲਾਂ ਨਹਿਰੂ ਯੁਵਾ ਕੇਂਦਰ ਦੇ ਨਾਲ ਜੁੜਿਆ ਸੀਗਾ। ਉਸ ਤੋਂ ਬਾਅਦ ਮੈਂ ਯੂਥ ਸੇਵਾਵਾਂ ਦੇ ਨਾਲ ਜੁੜ ਗਿਆ। ਤਾਂ 99 ਦੇ ਵਿੱਚ ਫਿਰ ਮੈਂ ਆਪਣੀ ਪੜ੍ਹਾਈ ਨੂੰ ਛੱਡਤਾ ਸੀਗਾ। BA ਫਸਟ ਈਅਰ ਤੋਂ ਬਾਅਦ 1 ਸਾਲ ਹੀ ਲਾਇਆ ਸੀਗਾ। ਉਸ ਨੂੰ ਛੱਡ ਕੇ ਫਿਰ ਮੈਂ ਸੋਸ਼ਲ ਵਰਕਰ ਦੇ ਕੰਮ ਦੇ ਵਿੱਚ ਜੁੜ ਗਿਆ ਸੀ, ਕਿਉਂਕਿ ਜਦੋਂ ਮੈਨੂੰ ਇੱਕ ਕਿ ਮੇਰੀ ਪ੍ਰੋਫੈਸਰਾਂ ਦੇ ਨਾਲ, ਸਕੂਲ ਦੇ ਟੀਚਰਾਂ ਨਾਲ ਜਾਂ ਬਜ਼ੁਰਗਾਂ ਦੇ ਨਾਲ ਇਹ ਬੈਠਣੀ ਉੱਠਣੀ ਸੀਗੀ। ਤੇ ਮੈਂ ਇੱਕ ਚੰਗੀਆਂ ਗੱਲਾਂ ਤੇ ਆਮ ਕਰਕੇ ਮੈਂ ਇੱਕ ਰੇਡੀਓ ਸੁਣਦਾ ਹੁੰਦਾ ਸੀਗਾ। ਰੇਡੀਓ ਸੁਣਦਾ ਹੁੰਦਾ, ਉਹਦੇ ਵਿੱਚ ਚੰਗੀਆਂ ਗੱਲਾਂ ਸੁਣੀਦੀਆਂ ਸੀਗੀਆਂ, ਚੰਗੇ ਵਿਚਾਰ ਉਹਨਾਂ ਨੂੰ ਕਰਕੇ ਫਿਰ ਮੈਨੂੰ ਇੱਕ ਸਮਾਜ ਸੇਵਾ ਦੀ ਇੱਕ ਭਾਵਨਾ ਮਨ ਦੇ ਵਿੱਚ ਜਾਗਦੀ ਸੀ। ਫਿਰ ਮੈਂ ਉਸ ਦੇ ਸੰਬੰਧ ਦੇ ਵਿੱਚ ਇੱਕ ਮੈਂ ਅਮਿਤਾਭ ਬੱਚਨ ਦੀ ਇੱਕ ਐਡ ਆਉਂਦੀ ਹੁੰਦੀ ਸੀਗੀ ਕਿ ਆਈ ਡੋਨੇਸ਼ਨ ਕਰੋ ਅੱਖਾਂ ਦਾਨ, ਤੇ ਐਸ਼ਵਰਿਆ ਰਾਏ ਦੀ। ਫਿਰ ਉਹ ਚੀਜ਼ ਤੋਂ ਮੈਂ ਇੱਕ ਉਹ ਮਿਸ਼ਨ ਨੂੰ ਦੇਖਿਆ ਕਿ ਮੈਂ ਕਿਉਂ ਨਾ ਆਪਾਂ ਇਹਨਾਂ ਦੇ ਨਾਲ ਆਪਾਂ ਵੀ ਸਹਿਯੋਗ ਦੇਈਏ, ਕਿ ਉਹ ਇੱਕ ਮੀਡੀਆ ਰਾਹੀਂ ਕਰ ਰਹੇ ਸੀ। ਮੈਂ ਕਿਹਾ ਮੈਂ ਪ੍ਰੈਕਟੀਕਲੀ ਜਾਵਾਂ। ਤੇ ਫਿਰ ਮੈਂ ਨਹਿਰੂ ਯੁਵਾ ਕੇਂਦਰ ਦੇ ਜੋ ਯੂਥ ਕੋਆਰਡੀਨੇਟਰ ਸੀ ਉਹਨਾਂ ਨੂੰ ਮਿਲਿਆ। ਤਾਂ ਫਿਰ ਮੈਂ ਇੱਕ ਨਹਿਰੂ ਯੁਵਾ ਕੇਂਦਰ ਦੇ ਰਾਹੀਂ ਤੇ ਫਿਰ ਲਾਇਨਸ ਕਲੱਬ, ਰੋਟਰੀ ਕਲੱਬ, ਫਿਰ ਮੈਂ ਨਾਲ ਰੈੱਡ ਕਰਾਸ ਦਾ ਵੀ ਮੈਨੂੰ ਸਹਿਯੋਗ ਮਿਲ ਗਿਆ। ਤਾਂ ਫਿਰ ਮੈਂ ਇੱਕ ਸਾਈਕਲ ਤੇ ਇੱਕ ਨਿਸ਼ਚਾ ਕੀਤਾ ਵੀ ਕਿ ਆਲ ਇੰਡੀਆ ਦਾ ਮੈਂ ਪੂਰੇ ਭਾਰਤ ਦੇ ਵਿੱਚ ਪ੍ਰਵਾਨ ਕਰੂੰਗਾ, ਇੱਕ ਨੈਸ਼ਨਲ ਇੰਟੀਗ੍ਰੇਸ਼ਨ ਦਾ, ਵਰਲਡ ਪੀਸ ਦਾ ਮੈਸੇਜ ਲੈ ਕੇ। ਤਾਂ ਫਿਰ ਮੈਂ 99 ਦੇ ਵਿੱਚ ਸ਼ੁਰੂ ਕੀਤਾ। ਇਹ ਸਾਈਕਲ ਮੈਨੂੰ DC ਸਾਹਿਬ ਨੇ ਦਿੱਤਾ ਸੀਗਾ, ਉਹ A1 ਕੰਪਨੀ ਵੱਲੋਂ ਫ੍ਰੀ ਆਫ ਕਾਸਟ ਮਿਲਿਆ ਸੀਗਾ। ਇੱਕ ਤੁਸੀਂ ਮੋਟਰਸਾਈਕਲ ਤੇ ਵੀ ਤੁਸੀਂ ਸਾਰਾ ਤੁਸੀਂ ਕੀਤਾ ਵਾ? ਹਾਂਜੀ ਹਾਂ, ਉਹ ਫਿਰ ਮੈਂ 2008 ਦੇ ਵਿੱਚ ਕੀਤਾ। ਫਿਰ ਤਾਂ ਜਦੋਂ ਇੱਕ ਵਾਰੀ ਸ਼ੁਰੂਆਤ ਹੋ ਗਈ, ਫਿਰ ਹੋਰ ਬਹੁਤ ਮੋਟਰਸਾਈਕਲ ਤੇ ਵੀ ਗਏ ਆ। ਫਿਰ ਪਿਛਲੇ 2017 ਦੇ ਵਿੱਚ ਫਿਰ ਮੈਂ ਮੋਟਰਸਾਈਕਲ ਤੇ ਇੱਕ ਸਵੱਛ ਭਾਰਤ ਦਾ, ਜੋ ਪ੍ਰਧਾਨ ਮੰਤਰੀ ਦਾ ਮਿਸ਼ਨ ਸੀਗਾ ਸਵੱਛ ਭਾਰਤ, ਇਹ ਵੀ ਲੈ ਕੇ ਵੀ ਅਨੇਕਾਂ ਤਰ੍ਹਾਂ ਦੀਆਂ ਐਕਟੀਵਿਟੀਆਂ, ਜਿਵੇਂ ਇੱਕ ਬਲੱਡ ਡੋਨੇਸ਼ਨ, ਉਹ ਵੀ ਮੈਂ ਕੀਤੇ, ਉਹ ਕੈਂਪ ਵੀ ਅਟੈਂਡ ਕੀਤੇ ਆ। ਸੂਬਾ ਰਾਓ ਦੇ ਕੈਂਪ ਜਿਹੜੇ ਆ, ਨੈਸ਼ਨਲ ਇੰਟੀਗ੍ਰੇਸ਼ਨ ਲੱਗਦੇ ਆ, ਉਹ ਵੀ ਲਾਏ ਹੋਏ ਆ। ਟਰੀ ਪਲਾਂਟੇਸ਼ਨ, ਜੋ ਆਪਾਂ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਵਾਸਤੇ ਪੇੜ ਪੌਦੇ ਲਾਉਣੇ, ਉਹ ਵੀ ਮੈਂ ਪਿੰਡ ਪੱਧਰ ਤੇ ਵੀ ਲਾਏ ਆ। ਕਿ ਨਾਲ ਇੱਥੇ ਇੱਕ ਆਰਮੀ ਬੇਸ ਆ, ਉਹਨਾਂ ਨਾਲ ਵੀ ਮੇਰੀ ਬਹੁਤ ਵਧੀਆ ਰਿਲੇਸ਼ਨ ਆ, ਤੇ ਇੱਥੇ ਕੈਂਪ ਦੇ ਵਿੱਚ ਵੀ ਲਾਏ ਆ। ਫਿਰੋਜ਼ਪੁਰ ਵੀ ਮੈਂ ਭੇਜਦਾ ਰਿਹਾ, ਕਿਉਂਕਿ ਮੈਂ ਲਾਇਨਸ ਕਲੱਬ ਦੇ ਨਾਲ ਜੁੜ ਗਿਆ। ਫਿਰ ਲਾਇਨਸ ਕਲੱਬ ਦੇ ਮਾਧਿਅਮ ਰਾਹੀਂ ਵੀ ਭੇਜਿਆ, ਫਿਰੋਜ਼ਪੁਰ ਵੀ ਮੈਂ ਭੇਜਿਆ, ਅੰਬਾਲੇ ਵੀ ਗਏ ਆ ਬੂਟੇ, ਉੱਥੇ ਵੀ ਲੱਗੇ ਆ। ਕਿਉਂਕਿ ਮੈਨੂੰ ਕੁਦਰਤ ਦੇ ਨਾਲ, ਨੇਚਰ ਦੇ ਨਾਲ ਪਿਆਰ ਹੋ ਗਿਆ, ਵੀ ਕਿ ਕੁਦਰਤ ਦੀ ਸਾਂਭ ਸੰਭਾਲ ਦੇ ਨਾਲ। ਤੇ ਇੱਕ ਤੁਸੀਂ ਵੀ ਜਿਵੇਂ ਪਿੰਡ ਚਲਾਉਂਦੇ ਤੁਸੀਂ ਇੱਥੇ,
ਪਿੰਡ 'ਚ ਕੈਂਪ ਲਾਏ ਆ, ਪਿੰਡ ਤੋਂ ਇਲਾਵਾ ਕਿਸੇ ਹੋਰ ਕਿਹੜੀਆਂ ਜਗ੍ਹਾ ਤੁਸੀਂ ਕੈਂਪ ਲਾਏ? ਇਹ ਕੈਂਪ ਤਾਂ ਪਿੰਡ ਦੇ ਵਿੱਚ ਤਾਂ ਹੁਣ ਮੈਂ ਪਿਛਲੇ ਸਾਲ ਲਾਇਆ ਸੀ ਹਾਰਟ ਚੈੱਕਅਪ ਦਾ ਕੈਂਪ। ਮੈਨੂੰ ਕਿ ਮਤਲਬ ਇਹ ਸੀਗਾ ਕਿ ਦੇਖੋ ਹਰ ਬੰਦੇ ਨੂੰ ਇਹ ਸੰਭਵ ਹੀ ਨਹੀਂ ਕਿ ਮੈਂ ਵੀ ਆਪਦਾ ਇਲਾਜ ਕਰਾਵਾਂ, ਆਪਦੇ ਟੈਸਟ ਕਰਾਵਾਂ। ਤੇ ਮੇਰੇ ਮਨ ਦੇ ਵਿੱਚ ਇਹ ਆਇਆ ਸੀਗਾ ਕਿ ਮੈਂ ਵੀ ਆਪਣੇ ਪਿੰਡ ਕਿਉਂ ਨਾ ਚੈੱਕਅਪ ਕਰਾਵਾਂ। ਤੇ ਥੋੜਾ ਜਿਹਾ ਔਖਾ ਵੀ ਸੀਗਾ ਕਿਉਂਕਿ ਡਾਕਟਰ ਕਹਿ ਰਹੇ ਸੀਗੇ ਕਿ ਮੈਂ ਪਹਿਲਾਂ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਨਾਲ ਗੱਲ ਕੀਤੀ ਤੇ ਉਹ ਫਿਰ ਪ੍ਰਿੰਸੀਪਲ ਜੀ ਕਹਿੰਦੇ ਕਿ ਮੇਰਾ ਇੱਕ ਡਾਕਟਰ ਆ, ਸਿਰਫ ਆਂਦੇ ਇੱਕ ਡਾਕਟਰ ਆ, ਉਹ ਤੁਸੀਂ ਲੈ ਜਾਓਗੇ। ਇੱਥੇ 150 ਮਰੀਜ਼ ਜਿਹੜਾ ਚੈੱਕ ਹੋ ਕੇ ਆਉਂਦਾ ਉਹ ਤੁਸੀਂ ਆਂਦੇ ਵੀ ਮੈਂ ਤੁਹਾਡੀ ਮਦਦ ਕਰਦਾ ਪਰ ਤੁਸੀਂ ਇੱਥੇ ਲੈ ਆਓ। ਫਿਰ ਮੈਂ ਕਹਿੰਦੀ ਮੈਂ ਲਵਾਉਣਾ ਤਾਂ ਪਿੰਡ ਦੇ ਵਿੱਚ ਹੀ ਆ। ਫਿਰ ਲਾਇਨਸ ਕਲੱਬ ਦੇ ਨਾਲ ਮੈਂ ਅਪੋਲੋ ਹਸਪਤਾਲ ਲੁਧਿਆਣੇ ਦਾ ਉਹ ਫਿਰ ਮੈਂ ਆਪਣੇ ਪਿੰਡ ਦੇ ਵਿੱਚ ਲਿਆ ਕੇ ਲਵਾਇਆ। ਨਹੀਂ, ਇਸ ਤੋਂ ਇਲਾਵਾ ਪੱਖੀ ਖੁਰਦ ਪਿੰਡ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਪਿੰਡਾਂ 'ਚ ਲਗਾਇਆ ਸੀ? ਹੋਰ ਜਿਵੇਂ ਫਰੀਦਕੋਟ ਉੱਥੇ ਕੈਂਪ ਲੱਗੇ, ਉੱਥੇ ਵੀ ਮੈਂ ਜਾਂਦਾ। ਫਿਰੋਜ਼ਪੁਰ ਕੈਂਪ ਲੱਗੇ ਆ, ਉੱਥੇ ਵੀ ਜਾਂਦਾ ਰਿਹਾ। ਤੇ ਬਾਹਰਲੀਆਂ ਸਟੇਟਾਂ ਦੇ ਵਿੱਚ ਸੁਲਤਾਨਪੁਰ ਯੂਪੀ ਦੇ ਵਿੱਚ ਅਯੋਧਿਆ ਦੇ ਕੋਲੇ ਉੱਥੇ ਵੀ ਲਾਏ ਆ। ਵੀ ਅਲੱਗ-ਅਲੱਗ ਜਗ੍ਹਾ ਤੇ ਕੈਂਪਾਂ ਦੇ ਵਿੱਚ ਜਾਂਦੇ ਆ ਕਿਉਂਕਿ ਜਿਹੜੇ ਨਹਿਰੂ ਯੁਵਾ ਕੇਂਦਰ ਆ ਜਾਂ ਯੋਗ ਸੇਵਾਵਾਂ ਇਹਨਾਂ ਦੇ ਕੈਂਪ ਤਾਂ ਆਲਰੇਡੀ ਲੱਗਦੇ ਰਹਿੰਦੇ। ਸਾਲ ਦੇ ਵਿੱਚ 1 2 2 3 3 ਕੈਂਪ ਲੱਗਦੇ ਰਹਿੰਦੇ ਆ। ਪਿੰਡਾਂ ਦੇ ਵਿੱਚ ਵੀ ਲੱਗੇ ਆ, ਇੰਟਰ ਸਟੇਟ ਕੈਂਪ ਵੀ ਲੱਗਦੇ ਆ, ਜੋ YCDP ਦੇ ਕੈਂਪ ਵੀ ਲੱਗੇ ਨਹਿਰੂ ਯੁਵਾ ਕੇਂਦਰ ਤੇ ਪਹਿਲਾਂ ਲੱਗਦੇ ਸੀ, ਹੁਣ ਪਤਾ ਨਹੀਂ ਲੱਗਦੇ ਕਿ ਨਹੀਂ ਲਏ। ਹੁਣ ਮੇਰਾ ਥੋੜਾ ਜਿਹਾ ਉਧਰ ਤਾਲਮੇਲ ਘੱਟ ਹੋ ਗਿਆ ਕਿ ਮੇਰਾ ਯੋਗ ਸੇਵਾਵਾਂ ਦੇ ਨਾਲ ਹੋ ਗਿਆ। ਜਿੱਦਾਂ ਕਿ ਤੁਸੀਂ ਸਾਈਕਲ ਤੇ ਸਾਰਾ ਕੀਤੀ ਸੀ, ਧਾਰਮਿਕ ਯਾਤਰਾ ਕੀਤੀ ਸੀ? ਨਹੀਂ, ਧਾਰਮਿਕ ਨਹੀਂ ਸੀਗੀ ਇਹ, ਮੇਰੇ ਇੱਕ ਰਾਸ਼ਟਰੀ ਸਦਭਾਵਨਾ ਸੀਗੇ, ਨੈਸ਼ਨਲ ਇੰਟੀਗ੍ਰੇਸ਼ਨ ਤੇ ਵਰਲਡ ਪੀਸ, ਵਿਸ਼ਵ ਸ਼ਾਂਤੀ ਤੇ ਕੌਮੀ ਸਦਭਾਵਨਾ ਕਿ ਆਪਸੀ ਭਾਈਚਾਰੇ ਨੂੰ ਬਰਕਰਾਰ ਰੱਖਣਾ, ਭੇਦਭਾਵ ਜਾਤ ਪਾਤ ਊਚ ਨੀਚ ਦਾ ਇਸ ਨਾਲ ਤੋਂ ਆਪਾਂ ਉੱਪਰ ਉੱਠ ਕੇ ਸਮਾਜ ਦੀ ਸੇਵਾ ਕਰੀਏ। ਇਸ ਸੰਬੰਧ ਦੇ ਵਿੱਚ ਇਹ ਵਿਸ਼ਾ ਸੀ ਮੇਰਾ। ਕਿਉਂਕਿ ਦੇਖੋ ਜਿਹੜੇ ਬੱਚੇ ਆ ਅੱਜ ਕੱਲ੍ਹ ਦੇ ਬੱਚੇ ਆ, ਅੱਜ ਕੱਲ੍ਹ ਤਾਂ ਹੁਣ ਬਹੁਤ ਹਾਲਾਤ ਬੜੇ ਹੋਰ ਤਰ੍ਹਾਂ ਦੇ ਹੋ ਗਏ। ਬੱਚੇ ਗਲਤ ਰਸਤੇ ਮਤਲਬ ਕਿ ਨਸ਼ਿਆਂ ਦੇ ਵੱਲ ਤੁਰ ਗਿਆ। ਇਹ ਨਸ਼ਿਆਂ ਤੇ ਵੀ ਮੈਂ ਕੰਪੇਨ ਕੀਤੀ, ਜੋ ਮੋਟਰਸਾਈਕਲ ਤੇ ਕੀਤੀ ਸੀ ਉਹ ਮੈਂ ਨਸ਼ਿਆਂ ਤੇ ਸੀਗਾ, ਐਂਟੀ ਡਰੱਗਸ ਦਾ। ਕਿ ਇਸ ਸੰਬੰਧ ਦੇ ਵਿੱਚ ਮੈਂ ਕੀਤੀ ਕਦੋਂ SSP ਸਾਹਿਬ ਸੀਗੇ ਆਪਣੇ LK ਯਾਦ ਤੇ ਉਹ ਮੈਨੂੰ ਗੱਲ ਯਾਦ ਆ, ਉਹਨਾਂ ਨੇ ਮੈਨੂੰ ਬੜਾ ਪਿਆਰ ਕੀਤਾ ਸੀ। ਮੈਨੂੰ ਕਹਿੰਦਾ ਸੀ ਕਹਿੰਦਾ ਵੀ ਮੈਂ ਉਹ ਵੀ ਇਸ ਚੀਜ਼ ਦੇ ਖਿਲਾਫ ਸੀਗੇ। ਤੇ ਜਦੋਂ ਮੈਂ ਉਹਨਾਂ ਕੋਲ ਇੱਕ ਸਰਟੀਫਿਕੇਟ ਲੈਣ ਗਿਆ ਤੇ ਉਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਬੇਟਾ ਦਾ ਯਾਰ ਮੈਂ ਤੇਰੇ ਨਾਲ ਸਹਿਮਤ ਹਾਂ, ਮੇਰੀ ਜਿੱਥੇ ਵੀ ਜ਼ਰੂਰਤ ਹੋਵੇ। ਪਰ ਮੈਂ ਵੀ ਇਸ ਚੀਜ਼ ਦੇ ਖਿਲਾਫ ਹਾਂ। ਪਰ ਆਂਦਾ ਮੈਨੂੰ ਆਂਦਾ ਮੈਂ ਮੁਕਤਸਰ ਤੋਂ ਆਇਆ ਤੇ ਮੈਂ ਫਰੀਦਕੋਟ ਆ ਤੇ ਫਰੀਦਕੋਟ ਤੋਂ ਜਦੋਂ ਤੁਸੀਂ ਵਾਪਸ ਆਓਗੇ ਉਦੋਂ ਆਂਦਾ ਹੋਰ ਮੈਂ ਕਿਤੇ ਹੋਊਂਗੇ। ਉਹ ਵਾਕਿਆ ਸੱਚਮੁੱਚ ਜਦੋਂ ਅਸੀਂ ਵਾਪਸੀ ਤੇ ਉਹ ਇੱਥੇ ਹੈ ਨਹੀਂ ਸੀਗੇ ਕਿਉਂਕਿ ਉਹਨਾਂ ਨੂੰ ਟਿਕਟ ਨਹੀਂ ਦਿੰਦੀਆਂ ਸੀ ਇੱਥੋਂ ਦੀਆਂ ਸਮੇਂ ਦੀਆਂ ਸਰਕਾਰਾਂ। ਤੁਸੀਂ ਸਾਈਕਲ ਤੇ ਮੋਟਰਸਾਈਕਲ ਤੇ ਤੁਸੀਂ ਕੀਤਾ ਸੀਗਾ ਤੇ ਤੁਸੀਂ ਇਕੱਲੇ ਸੀਗੇ ਜਾਂ ਹੋਰ ਵੀ ਤੁਹਾਡੇ ਨਾਲ ਸੀ? ਸਾਈਕਲ ਤੇ ਮੈਂ ਇਕੱਲਾ ਸੀਗਾ। ਮੋਟਰਸਾਈਕਲ ਤੇ ਗਏ ਕੌਣ ਤੁਹਾਡੇ ਨਾਲ ਸੀ? ਮੋਟਰਸਾਈਕਲ ਤੇ ਮੇਰੇ ਨਾਲ 3 ਲੜਕੇ ਹੋਰ ਸੀਗੇ, ਮੇਰੇ ਪਿੰਡ ਦੇ ਸੀਗੇ ਤੇ ਉਦੋਂ ਗਏ ਸੀ। ਸਾਈਕਲ ਤੇ ਮੈਂ ਇਕੱਲਾ ਸੀਗਾ। ਸਾਈਕਲ ਤੇ ਜਦੋਂ ਮੈਂ ਇੱਧਰ ਲੇਹ ਲਦਾਖ ਦਾ ਜੋ ਵਰਲਡ ਦਾ ਹਾਈਐਸਟ ਰੋਡ ਆ, ਦੁਨੀਆ ਦੀ ਸਭ ਤੋਂ ਉੱਚੀ ਸੜਕ ਆ, 18,380 ਫੁੱਟ ਤੋਂ ਉੱਥੋਂ ਕੰਨਿਆ ਕੁਮਾਰੀ ਤੱਕ ਮੈਂ ਇਕੱਲਾ ਹੀ ਗਿਆ ਸੀਗਾ। ਉਦੋਂ ਮੇਰਾ ਇਕੱਲਾ ਸੀਗਾ ਕਿਉਂਕਿ ਉਮਰ ਵੀ ਮੇਰੀ ਉਦੋਂ 19 ਸਾਲ ਦੀ ਸੀਗੀ ਉਦੋਂ। ਤੇ ਮੈਨੂੰ ਜਿਹੜੀਆਂ ਸਾਡੇ ਜੋ ਵੀ ਸੀਗੇ ਪਿਆਰ ਬਹੁਤ ਕਰਦੇ ਸੀਗੇ, ਜੋ ਆਪਣੇ DC ਦਫ਼ਤਰ ਦੇ ਵਿੱਚ ਸੀਗੇ, ਜੋ ਆਪਣੇ ਮੁਲਾਜ਼ਮ ਸੀਗੇ ਜਾਂ ਸਾਡੇ ਨਹਿਰੂ ਯੁਵਾ ਕੇਂਦਰ ਦੇ ਸੀ ਜਾਂ ਸਾਡੇ ਯੋਗ ਸੇਵਾਵਾਂ ਦੇ ਸੀ ਜਾਂ ਪਬਲਿਕ ਸੀ, ਉਹ ਪਿਆਰ ਕਰਦੇ ਕਿ ਕਹਿੰਦੇ ਸੀਗੇ। ADC ਸਾਹਿਬ ਸੀਗੇ ਇੱਥੇ ਆਪਣੇ ਜਗਮੋਹਨ ਸਿੰਘ ਢਿੱਲੋਂ, ਉਹ ਉਹਨਾਂ ਨੇ ਬੜਾ ਮੈਨੂੰ ਜਦੋਂ ਫਲੈਗ ਆਫ ਉਹਨਾਂ ਨੇ ਕੀਤਾ ਸੀਗਾ ਜਦੋਂ ਮੈਂ ਸਾਈਕਲ ਤੇ ਗਿਆ ਤੇ ਉਹ ਕਹਿੰਦੇ ਸੀ ਮੈਂ ਫੌਜ ਦੇ ਵਿੱਚ ਨੌਕਰੀ ਕਰਕੇ ਆਇਆ ਤੇ ਮੈਂ ਇਹ ਜਗ੍ਹਾ ਦੇਖੀਆਂ ਜੋ ਆਂਦਾ ਅਸਾਮ ਵਰਗੀਆਂ ਜੋ ਨਾਗਾਲੈਂਡ ਵਰਗੀਆਂ ਦਾ ਮੈਂ ਦੇਖਿਆ। ਪਰ ਮੈਨੂੰ ਆਂਦਾ ਇਹ ਲੱਗ ਰਿਹਾ ਵੀ ਤੇਰੀ ਉਮਰ ਛੋਟੀ ਆ, ਤੂੰ ਇੱਕ ਮੱਥਾ ਬਹੁਤ ਵੱਡੇ ਰਿਸਕ ਦੇ ਨਾਲ ਲੈ ਰਿਹਾ। ਮੈਂ ਕਿਹਾ ਜੀ ਚਲੋ ਮਨ ਦੇ ਵਿੱਚ ਹੈ ਮੈਂ ਕੁਛ ਕਰਾਂ ਕਿਉਂਕਿ ਸਾਨੂੰ ਇਹੋ ਜਿਹਾ ਕੁਛ ਕਰਨਾ ਚਾਹੀਦਾ ਕਿ ਜਿਹੜੇ ਸਾਡੀ ਜ਼ਿੰਦਗੀ ਦੇ ਨਾਲ ਕੋਈ ਪਹਿਚਾਣ ਜੁੜ ਜਾਵੇ ਤੇ ਨਾਲੇ ਅਸੀਂ ਨਾਲ ਵੀ ਲੋਕਾਂ ਦਾ ਭਲਾ ਵੀ ਹੋਵੇ। ਤੁਸੀਂ 19 ਸਾਲ ਦੀ ਉਮਰ ਵਿੱਚ ਸਾਈਕਲ ਤੇ ਮੋਟਰਸਾਈਕਲ ਤੇ ਸੰਘਰਸ਼ ਕਰਨ ਲੱਗੇ ਸੀਗੇ, ਠੀਕ ਹੈ? ਤੇ ਫੈਮਿਲੀ ਆਪਣਾ ਸਾਥ ਦਿੰਦੀ ਸੀ? ਮਾਤਾ ਪਿਤਾ ਦਾ ਪੂਰਾ ਸਹਿਯੋਗ ਸੀਗਾ। ਹੁਣ ਫੈਮਿਲੀ ਦਾ ਮੈਡਮ ਜੀ ਦਾ ਘਰ ਵਾਲੀ ਦਾ ਉਹਨਾਂ ਦਾ ਵੀ ਬਹੁਤ ਸਹਿਯੋਗ ਆ ਤੇ ਉਦੋਂ ਮਾਤਾ ਪਿਤਾ ਦਾ ਪੂਰਾ ਸਹਿਯੋਗ ਸੀ, ਸਾਰੇ ਪਰਿਵਾਰ ਦਾ ਸਹਿਯੋਗ ਸੀਗਾ। ਠੀਕ ਹੈ ਜੀ। ਇੱਕ ਤੁਸੀਂ ਕੀ ਐਕਟੀਵਿਟੀਆਂ ਕੀਤੀਆਂ ਤੁਸੀਂ? ਐਕਟੀਵਿਟੀਆਂ ਤਾਂ ਤੁਹਾਨੂੰ ਦੱਸਿਆ ਕਿ ਮੈਂ ਜੋ
ਟਰੀ ਪਲਾਂਟੇਸ਼ਨ ਇਹ ਵੀ ਕੀਤੀ ਆ। ਜੋ ਏਡਸ ਵੇਰ ਉਦੋਂ ਇੱਕ ਏਡਸ ਦੀ ਬਿਮਾਰੀ ਸੀ, ਇਸ ਤੇ ਵੀ ਕੰਪੇਨਾਂ ਕੀਤੀਆਂ, ਕਿਉਂਕਿ ਨਸ਼ਿਆਂ ਤੇ ਵੀ ਕੀਤੀ ਆ। ਤੇ ਇਹਦੇ ਜਾਤ ਪਾਤ ਜੋ ਮਤਲਬ ਵੀ ਜੋ ਇਹ ਤਾਂ ਸਮਾਜਿਕ ਬੁਰਾਈਆਂ ਆ ਗਈਆਂ ਸਾਰੀਆਂ, ਇਹਦੇ ਤੇ ਵੀ ਕੀਤੀਆਂ ਹੋਈਆਂ। ਤੇ ਹੋਰ ਵੀ ਕਈ ਤਰ੍ਹਾਂ ਦੇ ਮਤਲਬ ਵੀ ਸਾਰੇ ਜੋ ਕੋਈ ਮਤਲਬ ਵੀ ਜਿਹੜੇ ਜੋ ਸਮਾਜ ਦੇ ਵਿੱਚ ਅੱਜ ਕੱਲ੍ਹ ਹੋਣਾ ਚਾਹੀਦਾ ਉਹ ਸਾਰੇ ਕੰਮ ਕੀਤੇ। ਆਪਾਂ ਸੰਘਰਸ਼ ਕਰਦੇ ਆ, ਆਪਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਵਾ, ਤੁਸੀਂ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ? ਮੁਸ਼ਕਲਾਂ ਦਾ ਸਾਹਮਣਾ ਤਾਂ ਜੀ ਦੇਖੋ, ਸੰਘਰਸ਼ ਚੀਜ਼ ਹੀ ਇਹੋ ਜਿਹੀ ਆ, ਜੇ ਮੁਸ਼ਕਲਾਂ ਦਾ ਸਾਹਮਣਾ ਕਰੀਏ, ਸੰਘਰਸ਼ ਕਰਾਂਗੇ ਤਾਂ ਸਾਨੂੰ ਇੱਕ ਜ਼ਿੰਦਗੀ, ਇੱਕ ਇਹੋ ਜਿਹਾ ਰਸਤਾ, ਮਿੰਗੇ ਟੇਢੇ ਰਸਤੇ, ਉੱਚੀਆਂ ਨੀਵਾਂ, ਧੁੱਪ ਛਾਂ, ਬਹੁਤ ਕੁਛ ਆਉਂਦਾ, ਹਨੇਰਾ ਵੀ ਆਉਂਦਾ। ਜੇ ਅੱਜ ਹੁਣ ਰਾਤ ਆ ਤੇ ਸਵੇਰੇ ਦਿਨ ਵੀ ਚੜੂਗਾ। ਅੱਜ ਸਾਡੇ ਕੋਲੇ ਜੋ ਕੁਛ ਹੈਗਾ, ਇਸ ਤੋਂ ਕੱਲ ਜੋ ਅੱਜ ਸਾਡੇ ਕੋਲੇ ਹੈਗਾ, ਕੱਲ ਨੂੰ ਸਾਡੇ ਸਿੱਖਣ ਵਾਸਤੇ ਬਹੁਤ ਕੁਝ ਹੋਰ ਮਿਲੂਗਾ, ਤੇ ਪਰਸੋਂ ਆਊ, ਅਗਲਾ ਕੱਲ ਆਊਗਾ। ਨਹੀਂ ਕੋਈ ਇੱਕ ਸਾਨੂੰ ਦੱਸੋਗੇ ਤੁਸੀਂ? ਇਹ ਇਸ ਤਰ੍ਹਾਂ ਦੀ ਤਾਂ ਬਹੁਤ ਤਰ੍ਹਾਂ ਦੀ ਜਿਹੜੀ ਹਾਂ ਮੈਂ ਦੱਸਦਾ ਕਿ ਇੱਕ ਵਾਰੀ ਗੋਆ ਦੇ ਵਿੱਚ ਸੀਗਾ, ਮੈਂ ਜਦੋਂ ਸਾਈਕਲ ਤੇ ਸੀਗਾ, ਮੈਨੂੰ ਯਾਦ ਆ ਗਿਆ। ਤੇ ਉਦੋਂ ਮੈਨੂੰ ਗੋਆ ਦੇ ਵਿੱਚ ਇੱਕ, ਮੈਂ ਕਿਹਾ ਵੀ ਮੇਰੇ ਕੋਲ ਟਾਈਮ ਬਹੁਤ ਪਿਆ ਸੀਗਾ, ਮੈਂ ਕਿਹਾ ਚਲੋ ਵੀ ਸਾਈਕਲ ਤੇ ਵੀ ਮੈਂ 30 ਕਿਲੋਮੀਟਰ ਤੇ ਅੱਗੇ ਇੱਕ ਕਾਰਵਾਰ ਡਿਸਟ੍ਰਿਕਟ ਆ ਗਿਆ, ਉਹ ਮੇਰਾ ਬੰਦਰਗਾਹ ਵੀ ਆ, ਤਾਂ ਮੈਂ ਉੱਥੇ ਰੁਕਣ ਦੀ ਬਜਾਏ ਮੈਂ ਕਿਹਾ ਚੱਲ ਮੈਂ ਹੋਰ ਅੱਗੇ ਜਾਣਾ। ਤਾਂ ਮੈਂ ਸੋਚਿਆ, ਮੈਂ ਆਖਿਆ ਵੀ ਕੋਈ ਇੱਥੇ ਅੱਗੇ ਕੋਈ ਰੈਸਟੋਰੈਂਟ ਜਾਂ ਕੋਈ ਮਿਲ ਜੂਗਾ, ਸ਼ਹਿਰ ਮਿਲ ਜੂਗਾ ਜਾਂ ਕੋਈ, ਤੇ ਮੈਨੂੰ ਕਹਿੰਦੇ ਨੇ ਵੀ ਇੱਕ ਸਰਦਾਰ ਦਾ ਹੋਟਲ ਆ ਤੇ ਤੁਸੀਂ ਉੱਥੇ ਰਾਤ ਕੱਟ ਲਓ ਜੀ। ਮੈਂ ਕਿਹਾ ਚਲੋ ਆਪਾਂ ਨੇ ਨੇੜੇ ਹੋ ਜੂਗਾ। ਤੇ ਜਦੋਂ ਮੈਂ ਉੱਥੇ ਗਿਆ ਤੇ ਉਹ ਸਰਦਾਰ ਦਾ ਹੋਟਲ ਚੱਕ ਕੇ ਲੈ ਗਏ ਸੀ, ਤੇ ਮੈਂ ਚੱਲਦਾ ਗਿਆ ਤੇ ਮੈਨੂੰ ਰਾਤ ਦੇ 12 ਵੱਜ ਗਏ। ਤੇ ਜੰਗਲੀ ਇਲਾਕਾ ਸੀਗਾ, ਜੰਗਲੀ ਇਲਾਕੇ ਦੇ ਵਿੱਚ ਫਿਰ ਨਾ ਤਾਂ ਕੋਈ ਰੋਕਦਾ ਸੀ, ਨਾ ਤਾਂ ਮੈਨੂੰ ਕੋਈ ਪੁੱਛਦਾ ਸੀ, ਨਾ ਮੈਂ ਕਿਸੇ ਨੂੰ ਪੁੱਛਦਾ। ਮੈਂ ਆਖਿਆ ਚਲੋ ਚੱਲਦੇ ਆ ਵੀ ਆਊਗਾ। ਮੈਂ ਪੁੱਛਿਆ ਵੀ ਭਾਈ, ਜਦੋਂ ਹੋਟਲਾਂ ਤੋਂ ਪੁੱਛਿਆ, ਇੱਕ ਸਰਦਾਰ ਉਹ ਕਹਿੰਦੇ ਬਹੁਤ ਪਿੱਛੇ ਰਹਿ ਗਿਆ। ਚਲੋ ਮੈਂ ਆਖਿਆ ਫਿਰ ਹੁਣ ਅੱਗੇ ਵੱਲ ਚੱਲਦੇ, ਪਿੱਛੇ ਕੀ ਮੁੜਨਾ। ਤਾਂ ਫਿਰ ਇੱਕ ਮੋਗੇ ਜ਼ਿਲ੍ਹੇ ਦੇ ਵਿੱਚੋਂ 2 ਗੱਡੀਆਂ ਆ ਰਹੀਆਂ, ਟਰੱਕ ਡਰਾਈਵਰ, ਉਹਨਾਂ ਨੇ ਦੇਖ ਕੇ ਮੇਰੀ ਪੱਗ ਦੇਖੀ, ਮੇਰੀ ਦੇਖੀ ਵੀ ਉਹਦੇ ਪੰਜਾਬ ਦਾ ਬੰਦਾ ਲੱਗ ਰਿਹਾ। ਉਹਨਾਂ ਨੇ ਥੋੜਾ ਅੱਗੇ ਜਾ ਕੇ ਵੀ 100 ਮੀਟਰ ਜਾ ਕੇ ਉਹਨਾਂ ਨੂੰ ਬ੍ਰੇਕ ਮਾਰੀ ਗੱਡੀਆਂ ਨੂੰ, ਤਾਂ ਮੈਨੂੰ ਵੀ ਲੱਗ ਗਿਆ ਵੀ ਮੇਰੇ ਵਾਰੇ ਹੀ ਰੋਕਿਆ। ਤਾਂ ਮੈਂ ਉਹਨਾਂ ਦੇ ਵੱਲ ਨੂੰ ਚੱਲ ਪਿਆ, ਤੇ ਉਹ ਕਹਿੰਦੇ ਭਾ ਜੀ ਕਿੱਥੋਂ ਦੇ ਰਹਿਣ ਵਾਲੇ ਆ ਤੁਸੀਂ? ਮੈਂ ਕਿਹਾ ਮੈਂ ਫਰੀਦਕੋਟ ਦੇ ਨੇ। ਫਰੀਦਕੋਟ ਕਿੱਥੇ ਆ? ਮੈਂ ਕਿਹਾ ਮੋਗਾ, ਮੁਕਤਸਰ, ਸਾਰੇ ਦੱਸਦੇ। ਉਹਦੇ ਬਸ ਸਾਨੂੰ ਪਤਾ ਲੱਗ ਗਿਆ। ਤਾਂ ਫਿਰ ਉਹਨਾਂ ਨੇ ਮੈਨੂੰ ਇਸ ਬਾਰੇ ਪੁੱਛਿਆ ਵੀ ਇੰਨੀ ਰਾਤ ਨੂੰ ਤੁਸੀਂ ਕਿਉਂ ਚੱਲੇ ਆ, ਤੁਸੀਂ ਰੁਕੇ ਕਿਉਂ ਨਹੀਂ ਗਏ? ਫਿਰ ਸਾਰੀ ਜਾਣਕਾਰੀ ਪੁੱਛੀ। ਮੈਂ ਕਿਹਾ ਮੈਂ ਸਰਦਾਰ ਦਾ ਹੋਟਲ ਆਉਂਦੇ, ਤਾਂ ਉਹ ਚੱਕਿਆ ਗਿਆ। ਤੇ ਮੈਨੂੰ ਕਹਿੰਦੇ ਵੀ ਇੱਥੋਂ 50 ਕਿਲੋਮੀਟਰ ਆ, 40 ਕਿਲੋਮੀਟਰ, ਤੁਸੀਂ ਆਂਦੇ ਉੱਥੇ ਰੁਕ ਜਾਓ ਜੇ। ਤੇ ਮੈਂ ਕਿਹਾ ਵੀ ਫਿਰ ਉਹ ਦੂਸਰੇ ਨਾਲ ਦੇ ਕਹਿੰਦੇ ਵੀ ਇਹਨਾਂ ਨੂੰ ਕੋਈ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਣਾਗਾ। ਉਹਨਾਂ ਨੇ ਆਪਦੀਆਂ ਭਰੀਆਂ ਗੱਡੀਆਂ, ਲੋਡਿੰਗ ਗੱਡੀਆਂ ਨੂੰ ਵਾਪਸ ਮੋੜਿਆ, ਤੇ ਮੈਨੂੰ ਕਹਿੰਦੇ ਵੀ ਪਿੱਛੇ ਲਾ ਲਾ। ਮੈਂ ਕਿਉਂਕਿ ਉਦੋਂ ਗੱਡੀਆਂ ਵੀ ਘੱਟ ਸਪੀਡ ਵਾਲੀਆਂ, ਹੁਣ ਤਾਂ ਵੱਧ 70 ਤੇ ਚੱਲਦੀਆਂ, ਉਦੋਂ 40-45 ਤੇ ਸੀ। ਇੰਨੀ ਸਪੀਡ ਮੇਰੀ ਵੀ ਸੀਗੀ, ਸਾਈਕਲ ਤੇ ਮੈਂ ਇੰਨੀ ਕਰ ਲੈਂਦਾ 40-45 ਦੀ। ਤੇ ਉਹਨਾਂ ਨੇ ਮੈਨੂੰ ਉੱਥੇ ਛੱਡ ਕੇ ਆਂਦਾ ਰਾਤ ਨੂੰ, ਤੇ ਬੜੀ ਉਹਨਾਂ ਨੇ ਇੱਜ਼ਤ ਦੇ ਨਾਲ ਵੀ ਛੱਡ ਕੇ ਆਂਦਾ। ਇਹ ਵੀ ਘਟਨਾ ਸੀ। ਤੁਸੀਂ BA ਫਸਟ ਈਅਰ ਵਿੱਚ ਆਪਣੀ ਪੜ੍ਹਾਈ ਛੱਡਤੀ ਸੀਗੀ, ਕੋਈ ਕਿਉਂ ਛੱਡੀ, ਕੋਈ ਕਾਰਨ? ਬਸ ਮਨ ਨਹੀਂ ਕੀਤਾ ਅੱਗੇ ਪੜ੍ਹਨ ਨੂੰ। ਠੀਕ ਹੈ, ਵੀ ਸੰਘਰਸ਼ ਜੁੜ ਕੇ ਤੁਹਾਡਾ ਮਨ ਨਹੀਂ ਕੀਤਾ ਪੜ੍ਹਨ ਦਾ। ਠੀਕ ਹੈ ਜੀ। ਤੁਸੀਂ 100 ਤੋਂ ਪਲੱਸ ਐਕਟੀਵਿਟੀ ਲਈ ਫਿਰਦੇ ਆ, ਐਕਟੀਵਿਟੀ 100 ਤੋਂ ਪਲੱਸ ਤੁਸੀਂ ਐਕਟੀਵਿਟੀ ਕੀਤੀਆਂ, 150 ਹੋ ਸਕਦੀ, 200 ਵੀ ਹੋ ਸਕਦੀ ਤੁਹਾਡੇ ਕੋਲ ਐਕਟੀਵਿਟੀ। ਹਾਂਜੀ ਸਰ, ਤੁਸੀਂ ਜਿਹੜਾ ਸਾਈਕਲ ਤੇ ਟੂਰ ਕੀਤਾ ਸੀ, ਇਹ ਕਿਹੜੇ ਸਾਲ 'ਚ ਕੀਤਾ ਸੀ, ਤੇ ਇਸ ਟੂਰ ਦਾ ਮਕਸਦ ਕੀ ਸੀਗਾ? ਇਹ ਮੈਂ 1999 ਦੇ ਵਿੱਚ ਕੀਤਾ ਸੀਗਾ, 8 ਅਕਤੂਬਰ 99 ਦੇ ਵਿੱਚ ਸ਼ੁਰੂ ਕੀਤਾ ਸੀਗਾ। ਤੇ ਸਾਈਕਲ ਵੀ ਸੀ ਜਿਹੜਾ ਮੈਨੂੰ ਇਹ DC ਸਾਹਿਬ ਨੇ ਪ੍ਰੋਵਾਈਡ ਕਰਵਾਇਆ ਸੀਗਾ, ਮੈਂ ਉਹਨਾਂ ਤੋਂ ਮੰਗਿਆ ਸੀਗਾ, ਤੇ ਉਹਨਾਂ ਨੇ ਮੈਨੂੰ A1 ਕੰਪਨੀ ਨੂੰ ਫ੍ਰੀ ਆਫ ਕਾਸਟ ਦਵਾਇਆ ਸੀਗਾ। ਮਕਸਦ ਇਹਦਾ ਇਹੀ ਸੀਗਾ ਕਿ ਨੈਸ਼ਨਲ ਇੰਟੀਗ੍ਰੇਸ਼ਨ ਤੇ ਵਰਲਡ ਪੀਸ ਦਾ। ਤੇ ਨਾਲ ਹੀ ਮੈਂ, ਕਿਉਂਕਿ ਮੈਂ ਐਡ ਦੇਖਦਾ ਹੁੰਦਾ ਸੀ ਅਮਿਤਾਭ ਬੱਚਨ ਦੀ, ਐਸ਼ਵਰਿਆ ਰਾਏ ਦੀ, ਕਿ ਆਈ ਡੋਨੇਸ਼ਨ ਦਾ ਇਹ ਵੀ ਸੀਗਾ। ਤੇ ਇਸ ਸੰਬੰਧ ਵਿੱਚ ਫਿਰ ਮੈਂ ਆਪਣੇ ਇੱਥੋਂ ਜ਼ਿਲ੍ਹਾ ਫਰੀਦਕੋਟ ਤੋਂ ਹੀ ਸਟਾਰਟਿੰਗ ਕੀਤੀ ਸੀ ਫਿਰ। ਤੇ ਇਹ ਮੈਂ ਪੂਰੇ ਭਾਰਤ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਗਿਆ ਸੀਗਾ, ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ, ਕਿਉਂਕਿ ਲੇਹ ਲਦਾਖ ਵਰਲਡ ਦਾ ਹਾਈਐਸਟ ਰੋਡ ਆ, 18,380 ਫੁੱਟ, ਜਿਹੜੇ ਸਭ ਤੋਂ ਉੱਚੀ ਸੜਕ ਆ ਲੇਹ ਲਦਾਖ, ਉੱਥੋਂ ਤੋਂ ਫਿਰ ਕੰਨਿਆਕੁਮਾਰੀ ਤੱਕ ਗਿਆ ਸੀਗਾ। ਤੇ ਜਾ ਕੇ ਮੇਰੇ ਸਰਟੀਫਿਕੇਟਾਂ ਦੇ ਵਿੱਚ ਮੈਨੂੰ ਇਹ ਵੀ ਕਿਹਾ ਸੀਗਾ ਵੀ ਤੂੰ ਮੈਂ ਅਮਿਤਾਭ ਬੱਚਨ ਨੂੰ ਮਿਲਣਾ ਚਾਹੁੰਦਾ ਸਾਂ, ਕਿ ਵੀ ਤੁਸੀਂ ਇੰਨਾ ਵਧੀਆ ਇੱਕ ਕੰਮ ਕਰ ਰਹੇ, ਲੋਕਾਂ ਨੂੰ ਕਹਿ ਰਹੇ ਅੱਖਾਂ ਦਾਨ ਕਰੋ, ਤੇ ਪਰ ਉਹ ਮੈਨੂੰ ਮਿਲੇ ਨਹੀਂ ਸੀਗੇ। ਉਹਦੇ ਤੇ ਵੀ ਥੋੜਾ ਜਿਹਾ
ਮਹਿਸੂਸ ਹੋਇਆ ਸੀ। ਤੇ ਜਦੋਂ ਮੈਂ ਵਾਪਸ ਆਇਆ ਸੀਗਾ ਤੇ ਡੀਸੀ ਸਾਹਿਬ ਨੇ ਮੈਨੂੰ, ਉਹਨਾਂ ਨੇ ਯਾਦ ਸੀਗੀ, ਉਹ ਕਹਿੰਦੇ ਤੈਨੂੰ ਅਮਿਤਾਭ ਬੱਚਨ ਮਿਲੇ ਆ? ਮੈਂ ਕਿਹਾ ਜੀ, ਉਹ ਕਹਿੰਦੇ ਵੀ ਉਹਨਾਂ ਨੇ ਸੈਕਟਰੀ ਸਾਹਿਬ ਨੇ ਕਿਹਾ ਸੀਗਾ ਕਿ ਵੀ ਸਰਦਾਰਾਂ ਨੂੰ ਨਹੀਂ ਮਿਲਦੇ ਗੇ। ਮੈਂ ਇਹ ਨਹੀਂ, ਮੈਨੂੰ ਕਹਿੰਦਾ ਵੀ ਅਮਿਤਾਭ ਬੱਚਨ ਨੇ ਕਿਹਾ ਸੀਗਾ ਕਿ ਉਹਨਾਂ ਨੇ ਕਿਹਾ ਸੀਗਾ। ਮੈਂ 8 ਦਿਨ ਜਾਂਦਾ ਰਿਹਾ ਕਿ ਉਦੋਂ ਥੋੜਾ ਇਹ ਵੀ ਸੀਗੀ ਕਿ ਫਿਲਮੀ ਸਿਤਾਰੇ ਐਸਾ ਅਸੀਂ ਮਿਲ ਗਏ, ਕੁਝ ਇਹ ਵੀ ਚਾਹਨਾ ਸੀਗੀ। ਇੱਕ ਮੇਰਾ ਮਿਸ਼ਨ ਉਹਨਾਂ ਦੇ ਮਿਸ਼ਨ ਨਾਲ ਅਟੈਚ ਸੀਗਾ ਤੇ ਮੈਂ ਕੋਸ਼ਿਸ਼ ਕੀਤੀ। ਅਮਿਤਾਭ ਬੱਚਨ ਨੇ ਫਿਰ ਮੈਨੂੰ, ਉਹ ਕਹਿੰਦੇ ਵੀ ਸੈਕਟਰੀ ਸਾਹਿਬ ਮੈਨੂੰ ਕਹਿੰਦੇ ਵੀ ਹਫਤਾ ਤਾਂ ਮੈਨੂੰ ਉਲਾਰੇ ਲੈ ਕੇ, ਅੱਜ ਕੇ ਹਿਸਾਬ ਹੈ ਨਹੀਂ ਕਰਿਆ ਦੇਣਗੇ। ਫਿਰ ਉਹ ਕਹਿੰਦੇ ਵੀ ਤੁਹਾਨੂੰ ਮਿਲ ਨਹੀਂ ਸਕਦੇ। ਮੈਂ ਕਿਹਾ ਕਾਰਨ ਦੱਸੋ? ਉਹ ਕਹਿੰਦੇ ਵੀ ਜਦੋਂ ਦੀ ਇੰਦਰਾ ਗਾਂਧੀ ਮਾਰੀ ਹੋਈ ਆ ਤੇ ਉਹ ਗਾਂਧੀ ਫੈਮਿਲੀ ਨੂੰ ਅਟੈਚ ਬਿਲੋਂਗ ਕਰਦੇ ਆ, ਇਸ ਕਰਕੇ ਉਹ ਸਰਦਾਰਾਂ ਨੂੰ ਨਹੀਂ ਮਿਲਦੇ। ਫਿਰ ਮੇਰਾ ਦਿਲ ਜਿਹਾ ਟੁੱਟ ਗਿਆ। ਫਿਰ ਮੈਂ ਇਹਨਾਂ ਦਾ ਖਿਆਲ ਛੱਡਦਾ, ਮੈਂ ਦਾਰਾ ਸਿੰਘ ਸੀਗੇ ਆਪਣੇ, ਉਹਨਾਂ ਨੂੰ ਮਿਲਿਆ। ਕੁਝ ਹੋਰ ਸੀਗੇ ਜਸ ਚੋਪੜਾ, ਕੁਝ ਹੋਰ ਇਸ ਤਰ੍ਹਾਂ ਦੇ ਐਕਟਰ ਸੀ। ਗੁਰਦਾਸ ਮਾਨ ਜੀ ਨੂੰ ਮੈਂ ਮਿਲਣ ਗਿਆ ਸੀਗਾ। ਫਿਰ ਉਹ ਗੁਰਦਾਸ ਮਾਨ ਵੀ ਮੇਰੇ ਜਾਣ ਤੋਂ ਪਹਿਲਾਂ ਚਲੇ ਗਏ, ਟਾਈਮ ਦਿੱਤਾ ਹੋਇਆ ਸੀਗਾ। ਫਿਰ ਉਹਨਾਂ ਨੇ ਮੈਨੂੰ ਇੱਕ ਲੈਟਰ ਭੇਜੀ ਸੀਗੀ, ਜਦੋਂ ਮੈਂ ਉਹਨਾਂ ਨੂੰ ਦੱਸਿਆ ਹੋਇਆ ਸੀਗਾ ਕਿ ਉਹ ਸੈਕਟਰੀ ਸਾਹਿਬ ਨੇ ਦੱਸਿਆ ਪੰਜਾਬ ਦੇ ਵਿੱਚ ਇੱਕ ਲੜਕਾ। ਫਿਰ ਮੈਨੂੰ ਇੱਕ ਰਜਿਸਟਰੀ ਰਾਹੀਂ ਲੈਟਰ ਭੇਜੀ ਸੀ, ਬੜੇ ਵਧੀਆ ਇੱਕ ਸ਼ੇਅਰ ਲੈ ਕੇ ਭੇਜੇ ਸੀਗੇ। ਸਰ ਇੱਕ ਲੈਟਰ ਪੈਡ ਤੋਂ ਗੱਲ ਯਾਦ ਆਈ ਮੈਨੂੰ ਵੀ ਇੰਨਾ ਤੁਸੀਂ ਸੋਸ਼ਲ ਵਰਕ ਕੀਤਾ ਵਾ, ਇੰਨੇ ਹਾਈ ਲੈਵਲ ਤੇ ਸੋਸ਼ਲ ਵਰਕ ਕੀਤਾ ਤੁਸੀਂ, ਵੀ ਤੁਹਾਨੂੰ ਕੋਈ ਸਨਮਾਨ ਪੱਤਰ ਜਾਂ ਕੋਈ ਹੋਰ ਇਸ ਟਾਈਮ ਹੈ ਪ੍ਰੈਜ਼ੈਂਟ ਤੁਹਾਡੇ ਕੋਲੇ? ਹਾਂਜੀ ਹਾਂ, ਬਹੁਤ ਸਾਰੇ ਹੈਗੇ ਆ। ਹਰ ਜਗ੍ਹਾ ਤੇ ਜਿੱਥੇ ਵੀ ਮੈਂ ਕੈਂਪ ਲਾਏ ਉਹਨਾਂ ਦੇ ਵੀ ਆ। ਜੋ ਮੈਂ ਜਿੱਥੇ ਜਾਂਦਾ ਸੀਗਾ ਜੀ, ਡੀਸੀ ਸਾਹਿਬ ਨੂੰ ਮਿਲਦੇ ਸੀ, ਐਸਡੀਐਮ ਨੂੰ ਮਿਲਦੇ ਸੀ, ਜਾਂ ਕੋਈ ਹੋਰ ਗਜ਼ਟਡ ਅਫਸਰ ਨੂੰ ਮਿਲਦੇ ਸੀ, ਉਹਨਾਂ ਤੋਂ ਲਈਦੇ ਸੀਗੇ। ਜਿਵੇਂ ਚੀਫ ਮਿਨਿਸਟਰ ਤੱਕ ਮੇਰੇ ਕੋਲੇ ਪਏ ਹੋਏ ਆ ਸਾਰੇ ਸਰਟੀਫਿਕੇਟ ਹੈਗੇ। ਹੈ ਪ੍ਰੈਜ਼ੈਂਟ ਤੁਹਾਡੇ ਕੋਲ ਇਸ ਟਾਈਮ? ਦਿਖਾਓਗੇ ਸਾਨੂੰ ਜੀ? ਦੇਖੋ ਜੀ, ਐਸਐਸਪੀ ਸਾਹਿਬ ਦਾ ਇਹ ਜਦੋਂ ਮੈਂ ਸਾਈਕਲ ਤੇ ਗਿਆ ਸੀਗਾ। ਠੀਕ ਹੈ ਜੀ। ਡੀਸੀ ਸਾਹਿਬ ਦੇ ਆਪਣੇ, ਠੀਕ ਹੈ ਜੀ। ਚੈਲ ਸਾਹਿਬ ਦੇ ਜਸਟਿਕ ਅਵਾਰਡ ਮਿਲੇ ਹੋਏ ਸੀਗੇ। ਜਿਹੜੇ ਮੇਰਾ ਇੱਕ ਵਰਲਡ ਦਾ ਵੀ ਬਣ ਗਿਆ ਸੀਗਾ। ਇਹਦੇ ਵਿੱਚ ਇੱਕ ਕਾਫੀ ਮੁਲਕ ਆ ਰਹੇ ਆ, ਜਿਵੇਂ ਇਹ ਤੁਸੀਂ ਦੇਖ ਹੀ ਰਹੇ ਹੋ। ਆ ਦੇਖੋ ਜੀ, ਆਵੇ ਇਹ ਵਰਲਡ ਦਾ ਵੀ ਸੀਗਾ, ਜਿਹਦੇ ਵਿੱਚ ਚਾਈਨਾ ਤੋਂ ਕਿਰਗਿਸਤਾਨ, ਕਜ਼ਾਕਿਸਤਾਨ, ਰਸ਼ੀਆ, ਬੇਲਾਰੂਸ, ਪੋਲੈਂਡ, ਜਰਮਨੀ, ਇਟਲੀ, ਫਰਾਂਸ, ਯੂਕੇ, USA, ਕੈਨੇਡਾ, ਮਲੇਸ਼ੀਆ, ਮੇਰੇ ਵਰਲਡ ਦਾ ਵੀ ਬਣਿਆ ਹੋਇਆ ਸੀਗਾ। ਠੀਕ ਹੈ ਸਰ। ਆ ਮੈਨੂੰ ਮਿਲਿਆ ਸੀਗਾ ਜੋ ਇੱਕ 17 ਇੰਜੀਨੀਅਰ ਦਾ, ਇੱਥੇ ਮੈਂ ਫੌਜ ਦੀ ਇੱਕ ਮਦਦ ਕੀਤੀ ਸੀਗੀ। ਇੱਕ ਬਹੁਤ ਪਾਣੀ ਦਿੱਤਾ ਸੀਗਾ ਕਿ ਉਹਨਾਂ ਨੂੰ ਇੱਕ ਬਿਨਾਂ ਨਹਿਰ ਤੋੜੇ ਪਾਣੀ ਦਿੱਤਾ। 2 ਦਿਨਾਂ ਦੇ ਵਿੱਚ ਇੱਕ ਪ੍ਰੋਵਾਈਡ ਕੀਤਾ ਕਿ ਟੈਂਕ ਲੰਘਣੇ ਸੀਗੇ ਉਹਨਾਂ ਦੇ। ਇੱਕ ਡੈਮੋ ਸੀਗਾ ਫੌਜ ਦਾ, ਮੈਨੂੰ ਨਹੀਂ ਪਤਾ ਸੀਗਾ ਵੀ ਕਿੱਦਾਂ ਕੰਮ ਸੀ। ਇੱਥੇ ਫੌਜ ਦੇ ਜਰਨਲ ਆਏ ਸੀ, ਲੈਫਟੀਨੈਂਟ ਜਰਨਲ, ਤੇ ਉਹਨਾਂ ਨੇ ਇੱਕ ਡੈਮੋ ਦੇਖਣਾ ਸੀਗਾ। ਤੇ ਜਿਹੜੇ ਇਸ ਦੀ ਕਮਾਂਡ ਕਰ ਰਹੇ ਸੀ ਅਫਸਰ, ਤੇ ਉਹਨਾਂ ਨੇ ਮੈਨੂੰ ਇਹ ਕਹਿੰਦੇ ਵੀ ਤੁਸੀਂ ਮੂੰਹ ਮੰਗ, ਮੈਨੂੰ ਕੀ ਦੇਵਾਂ ਤੈਨੂੰ? ਤੇ ਮੈਂ ਕਿਹਾ ਵੀ ਮੈਨੂੰ ਕੋਈ, ਮੈਂ ਸੋਸ਼ਲ ਵਰਕਰ ਆ। ਫਿਰ ਉਹਨਾਂ ਨੇ ਜਿੱਦ ਕਰ ਲਈ ਤੇ ਮੈਂ ਕਿਹਾ ਮੈਨੂੰ ਇੱਕ ਸਰਟੀਫਿਕੇਟ ਦੇ ਦਿਓ, ਭਵਿੱਖ ਦੇ ਵਿੱਚ ਕੰਮ ਆਏ। ਉਸ ਤੋਂ ਬਾਅਦ ਉਦੋਂ ਦਾ ਮੈਂ ਫੌਜ ਦੇ ਨਾਲ ਵੀ ਜੁੜਿਆ। ਫਿਰ ਉਦੋਂ ਦਾ ਹੁਣ ਜੇ ਇੱਥੇ ਜੋ ਵੀ ਫੌਜ ਆਉਂਦੀ, ਜੇ ਉਹਨਾਂ ਨੂੰ ਪਾਣੀ ਦੀ, ਬਿਜਲੀ ਦੀ, ਕਾਸੇ ਦੀ ਵੀ ਲੋੜ ਹੁੰਦੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ, ਉਹ ਆਟੋਮੈਟਿਕਲੀ ਮੇਰਾ ਉਹਨਾਂ ਦੇ ਕੋਲੇ ਕੰਟੈਕਟ ਮਿਲ ਜਾਂਦਾ। ਉਹ ਮੈਨੂੰ ਆਪ ਬੁਲਾ ਲੈਂਦੇ ਤੇ ਮੈਂ ਜਾਂਦਾ। ਆ ਮੇਰੇ ਕੁਛ ਆਟੋਗ੍ਰਾਫ ਵੀ ਹੈਗੇ ਆ, ਹੈਗੇ ਆ ਕਾਫੀ ਤਰ੍ਹਾਂ ਦੇ। ਹੋਰ ਇਹਦੇ ਅਲੱਗ-ਅਲੱਗ ਤਰ੍ਹਾਂ ਦੇ ਆਈ, ਜੇ ਗਿਣਤੀ ਕਰੀਏ ਤਾਂ ਇਹ ਇਹਨਾਂ ਦੀ ਕਾਫੀ ਆ। ਮੈਂ ਤੁਹਾਨੂੰ ਮੇਨ ਥੋੜੇ ਦਿਖਾ ਦਿੰਦਾ। ਆ ਦੇਖੋ ਜੀ, ਆ ਨਹਿਰੂ ਯੁਵਾ ਕੇਂਦਰ ਦੇ ਸੰਗਠਨ ਦੇ ਹੈਗੇ ਆ। ਆ ਡਿਸਟ੍ਰਿਕਟ ਗਵਰਨਰ ਦੇ ਹੈਗੇ ਆ। ਆਵੇ ਜੀ, ਆ ਚੀਜ਼ਾਂ ਦੇ ਦੇਖੋ। ਆ ਜੋ ਕੈਂਪ ਲੱਗਦੇ ਰਹੇ ਆਪਣੇ ਬਲੱਡ ਡੋਨੇਸ਼ਨ ਦੇ, ਇਹ ਲੱਗਾ ਸੀਗਾ ਜੀ ਫਿਰੋਜ਼ਪੁਰ ਆ ਲੱਗੇ। ਹੋਰ ਮੈਂ ਤੁਹਾਨੂੰ ਦਿਖਾ ਰਿਹਾ ਤੇ ਹੋਰ ਵੀ ਹੋਣਗੇ। ਆ ਇੱਕ ਕਿਤਾਬ ਛਪੀ ਸੀਗੀ, ਇੱਕ ਮਿੱਟੀ ਦੀ ਮਹਿਕ, ਇੱਕ ਰਾਈਟਰ ਨੇ ਲਿਖੀ ਸੀ। ਉਹਦੇ ਵਿੱਚ ਵੀ ਉਹਨਾਂ ਨੇ ਇੱਥੇ ਆਏ ਸੀਗੇ, ਉਹਨਾਂ ਨੇ ਜ਼ਿਕਰ ਕੀਤਾ ਸੀਗਾ ਮੇਰਾ। ਉਹ ਜਿੰਨੇ ਵੀ ਆਪਣੇ ਇਤਿਹਾਸ ਲਿਖਿਆ ਸੀ ਪੰਜਾਬ ਦਾ, ਜਿਵੇਂ ਗਿਆਨੀ ਜੈਲ ਸਿੰਘ ਸੰਧਵਾ, ਇਹਨਾਂ ਦੇ ਪਿੰਡ ਬਾਰੇ ਲਿਖਿਆ ਹੋਇਆ ਸੀ, ਮੇਰੇ ਪਿੰਡ ਬਾਰੇ ਵੀ ਲਿਖਿਆ ਸੀਗਾ। ਇਹ ਆ ਮੈਂ ਦਿਖਾ ਰਿਹਾ ਤੁਹਾਨੂੰ। ਇਹਦੇ ਚ ਤੁਹਾਡਾ ਵੀ ਜ਼ਿਕਰ ਕੀਤਾ ਹੈ ਜੀ? ਹਾਂਜੀ ਹਾਂਜੀ ਹਾਂਜੀ। ਆ ਦੇਖੋ ਮੇਰੇ ਬਕਾਇਦਾ ਮੇਰੇ ਬਾਰੇ ਲਿਖਿਆ ਹੋਇਆ, ਮੇਰੇ ਫੋਟੋ ਵਗੈਰਾ ਸਾਰਾ ਕੁਝ ਪਿੰਡ ਦੀ ਵੀ ਲੱਗੀ ਹੋਈ ਆ। ਇਹਦੇ ਇੱਕ ਬੁੱਕਸ ਉਹਨਾਂ ਨੇ ਛਾਪੀ ਸੀਗੀ ਉਹਦੇ ਵਿੱਚ। ਤੇ ਬਾਕੀ ਹੋਰ ਮੈਂ ਤੁਹਾਨੂੰ ਦਿਖਾ ਦਿੰਦਾ। ਆ ਦੇਖੋ,
ਅੱਜ ਮੇਰੀਆਂ ਫੋਟੋ ਜਦੋਂ ਅੱਜ ਫਲੈਗ ਆਫ ਕੀਤਾ ਡੀਸੀ ਸਾਹਿਬ ਨੇ, ਇਹ ਸੀਗੇ ਜਗਮੋਹਨ ਸਿੰਘ ਢਿੱਲੋਂ ਜੀ ਡੀਸੀ ਸਾਹਿਬ। ਆ ਜਿਹੜੇ ਸਨਮਾਨ ਪੱਤਰ ਮਿਲਦੇ, ਫਿਰ ਉਦੋਂ ਫੋਟੋ ਹੁੰਦੀਆਂ ਫੌਜ ਦੇ ਨਾਲ, ਆ ਲੇਹ ਲਦਾਖ ਦੇ ਵਿੱਚ ਹੈਗੇ ਆ ਜੇ ਫੌਜ ਦੇ ਜਰਨਲ ਸਾਹਿਬ ਹੈਗੇ ਆ। ਇਹ ਫਿਰ ਅਲੱਗ-ਅਲੱਗ ਆ ਜਿਹੜੀਆਂ ਮੈਂ ਐਕਟਿਵ ਬੰਗਲੌਰ ਦੇ ਵਿੱਚ ਹੈਗੇ ਆ ਵੀ ਇੱਧਰ ਉੱਧਰ ਜਿਹੜਾ ਟੂਰ ਤੇ ਹੈਗੀਆਂ ਸੀ, ਅਲੱਗ-ਅਲੱਗ ਤੁਹਾਨੂੰ ਦਿਖਾ ਰਿਹਾ ਐਕਟੀਵਿਟੀਆਂ। ਆ ਲਾਇਨਸ ਕਲੱਬ ਦੀਆਂ, ਆ ਇਧਰ ਆਏ ਉਹ ਦਮੋਦਰ ਘਾਟੀ ਯੂਪੀ ਦੇ ਵਿੱਚ। ਠੀਕ ਹੈ ਜੀ। ਆ ਕੰਨਿਆ ਕੁਮਾਰੀ ਦੇ ਸਮੁੰਦਰੀ ਦੇ ਕੰਢੇ ਦੇ ਉੱਤੇ। ਨਹੀਂ, ਕੰਨਿਆ ਕੁਮਾਰੀ ਤੁਸੀਂ ਬਾਈਕ ਤੇ ਗਏ ਸੀ? ਬਾਈਕ ਤੇ ਵੀ ਗਿਆ ਸੀ, ਸਾਈਕਲ ਤੇ ਵੀ ਗਿਆ, 2 ਵਾਰੀ ਗਿਆ ਮੈਂ। ਠੀਕ ਹੈ ਜੀ, ਠੀਕ ਹੈ। ਬਾਈਕ ਤੇ ਵੀ ਗਿਆ ਸੀਗਾ, ਉਹ ਉਦੋਂ ਮੇਰਾ 2007 ਦੇ ਵਿੱਚ ਗਿਆ ਸੀਗਾ। ਆ ਸਾਰੇ ਜਿਹੜੇ ਇੰਟਰ ਸਟੇਟ ਕੈਂਪ ਲੱਗਦੇ ਆ, ਇਹ ਸੁਲਤਾਨਪੁਰ ਯੂਪੀ ਦੇ ਵਿੱਚ ਲੱਗਾ ਹੋਇਆ ਸੀਗਾ। ਇਹ ਸਾਰੇ ਹੀ ਸਟੇਟਾਂ ਦੇ ਬਾਹਰਲੇ ਮੁਲਕਾਂ ਤੋਂ ਵੀ ਆਉਂਦੇ ਸੀਗੇ, ਉਹ ਲੱਗੇ ਸੀਗੇ। ਤੇ ਹੋਰ ਸਰਟੀਫਿਕੇਟ ਵੀ ਹੈਗੇ ਆ। ਤੁਹਾਨੂੰ ਜ਼ਿਲ੍ਹਾ ਯੂਥ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਕਿਹੜੇ ਸਾਲ 'ਚ ਕੀਤਾ ਸੀ ਤੁਹਾਨੂੰ? 2002 ਦੇ ਵਿੱਚ। ਠੀਕ ਹੈ ਜੀ। ਹਾਂਜੀ। ਕਿੱਦਾਂ ਦਾ ਲੱਗਾ ਤੁਹਾਨੂੰ ਸਨਮਾਨਿਤ? ਕੋਈ ਦੇਖੋ ਜੀ, ਪਹਿਲਾਂ ਇਹ ਤਾਂ ਜਦੋਂ ਪਹਿਲੀ ਵਾਰ ਅਖਬਾਰ ਦੇ ਵਿੱਚ ਫੋਟੋ ਆਉਂਦੀ ਨਾ, ਉਦੋਂ ਚਾਅ ਤਾਂ ਫਿਰ ਉਹਨੂੰ ਬੰਦੇ ਨੂੰ ਕਿੰਨਾ ਚੜ ਜਾਂਦਾ, ਫਿਰ ਹੁੰਦੀ ਖੁਸ਼ੀ ਤਾਂ ਹੁੰਦੀ ਆ। ਫਿਰ ਜਦੋਂ ਬੰਦਾ ਅੱਗੇ ਅੱਗੇ ਕੰਮ ਕਰਦਾ ਜਾਂਦਾ, ਉਹ ਪਰ ਮਨ ਦੇ ਵਿੱਚ ਇੱਕ ਲਗਨ ਲੱਗ ਜਾਂਦੀ ਆ ਵੀ ਠੀਕ ਆ, ਮੈਨੂੰ ਇੱਕ ਵਧੀਆ ਰਸਤਾ ਲੱਗਾ ਕਿ ਸਮਾਜ ਦੀ ਸੇਵਾ। ਕਿਉਂਕਿ ਮੇਰਾ ਜਦੋਂ ਮੈਂ ਪੜ੍ਹਾਈ ਬੇਸ ਤੇ ਸੀਗਾ, ਉਦੋਂ ਮੇਰਾ ਅਧਿਆਪਕਾਂ ਦੇ ਨਾਲ, ਬਜ਼ੁਰਗਾਂ ਦੇ ਨਾਲ, ਤੇ ਕਾਲਜ ਦੇ ਵਿੱਚ ਵੀ ਮੇਰੇ ਪ੍ਰੋਫੈਸਰ ਸੀਗੇ ਸਤਵਿੰਦਰਪਾਲ ਸਿੰਘ ਵੜੈਚ, ਰਾਜਪਾਲ ਸੋਈ, ਕੋਈ ਇਹੋ ਜਿਹੇ ਹਰੀਸ਼ ਕੁਮਾਰ ਜੀ, ਉਹ ਮੇਰੇ ਖਿਆਲ ਅੱਜ ਵੀ ਹੈਗੇ ਆ ਕੋਟਕਪੂਰੇ ਦੇ ਵਿੱਚ। ਤੇ ਫਿਰ ਉਹ ਇੱਕ ਚੰਗੀਆਂ ਗੱਲਾਂ ਦੱਸਦੇ, ਕਿਉਂਕਿ ਮੈਨੂੰ ਇੱਕ ਗੱਲ ਯਾਦ ਹੈਗੀ ਆ, ਜਦੋਂ ਪ੍ਰੋਫੈਸਰ ਸਤਵਿੰਦਰਪਾਲ ਸਿੰਘ ਜੀ ਉਹ ਵੀ ਆਉਂਦੇ ਸੀਗੇ, ਜਾਂ ਮੈਨੂੰ ਸਾਰੇ, ਉਹ ਬਹੁਤ ਵਾਰੀ ਸਾਨੂੰ ਕਹਿੰਦੇ ਹੁੰਦੇ ਸੀਗੇ, ਉਹਨਾਂ ਦਾ ਸਿੱਖਿਆ ਇਹੀ ਸੀਗੀ ਕਿ ਜ਼ਿੰਦਗੀ ਦੇ ਵਿੱਚ ਸਾਰੇ ਗੁਣ ਬੰਦੇ ਦੇ ਵਿੱਚ ਨਹੀਂ ਆਉਂਦੇਗੇ। ਅਗਰ ਜੇਕਰ ਤੁਹਾਡੇ ਵਿੱਚ ਇੱਕ ਗੁਣ ਹੋ ਜਾਵੇ, ਉਹ ਫਿਰ ਕੀ ਕਹਿੰਦੇ ਸੀਗੇ, ਇਮਾਨਦਾਰੀ। ਜੇਕਰ ਤੁਹਾਡੇ ਵਿੱਚ ਇਮਾਨਦਾਰੀ ਹੈ, ਸਾਰੇ ਗੁਣ ਹੀ ਆ ਜਾਣਗੇ। ਤੇ ਫਿਰ ਉਹਨਾਂ ਚੀਜ਼ਾਂ ਨੂੰ ਮਤਲਬ ਵੀ ਇੱਕ ਜਦੋਂ ਉਮਰ ਹੀ ਇਹੋ ਜਿਹੀ ਸੀ, ਫਿਰ ਇੱਕ ਉਸ ਉਹਨਾਂ ਚੀਜ਼ਾਂ ਨੂੰ ਅਪਣਾ ਲਿਆ ਤੇ ਫਿਰ ਉਹ ਲੱਗਣ ਲੱਗ ਗਈ, ਫਿਰ ਉਸ ਰਸਤੇ ਤੁਰ ਪੈਂਦਾ ਬੰਦਾ। 19 ਸਾਲ ਦੀ ਉਮਰ ਤੋਂ ਸੰਘਰਸ਼ ਕਰ ਰਹੇ ਹੋ, ਇੰਨੇ ਪੁਰਸਕਾਰ ਵੀ ਤੁਹਾਨੂੰ ਮਿਲੇ ਆ, ਤੁਸੀਂ ਅੱਗੇ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੋਗੇ? ਦੇਖੋ ਜੀ, ਜਦੋਂ ਕੋਈ ਲੱਗਣ ਲੱਗ ਜਾਂਦੀ ਆ ਕਿ ਇੱਕ ਸਮਾਜ ਦੀ ਸੇਵਾ ਦੇ ਵਿੱਚ, ਕਿਉਂਕਿ ਮੇਰੇ ਮਨ ਦੇ ਵਿੱਚ ਇਹ ਹੈ ਕਿ ਵੀ ਇੱਕ ਇਨਸਾਨ ਇੱਕ ਦਿਨ ਦੇ ਵਿੱਚ ਨਾ, ਇੱਕ ਮਹੀਨੇ ਦੇ ਵਿੱਚ ਇੱਕ ਦਿਨ ਜੇ ਲੋਕਾਂ ਦੀ ਸੇਵਾ ਦੇ ਵਿੱਚ ਲਾ ਦੇ, ਤੇ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ, ਤੇ ਚਾਹੇ ਤਾਂ ਉਹ 12 ਦਿਨ ਕੰਮ ਕਰ ਲਓ, ਲਗਾਤਾਰ ਕਰ ਲਓ, ਜਾਂ ਮਹੀਨੇ ਦੇ ਵਿੱਚ ਇੱਕ ਦਿਨ ਲੋਕਾਂ ਦੀ ਸੇਵਾ, ਲੋਕ ਸੇਵਾ ਦੇ ਵਿੱਚ ਲਾ ਦੇ, ਤੇ ਇਸ ਤੋਂ ਵੱਡੀ ਕੋਈ ਗੱਲ ਨਹੀਂ। ਬਾਕੀ ਮੇਰੇ ਹੁਣ ਕਿਉਂਕਿ ਦਿਲ ਦੇ ਵਿੱਚ ਇਹ ਆ ਕਿ ਦੇਖੋ ਵੀ ਜੋ ਕੰਮ ਕਰੀਏ ਤੇ ਮਨ ਨੂੰ ਸੰਤੁਸ਼ਟੀ ਹੋ ਜਾਵੇ ਕਿ ਮੈਂ ਆ ਚੰਗਾ ਕੀਤਾ। ਇਹਦੇ ਨਾਲ ਦੀ ਵੱਡੀ ਕੋਈ ਨਾ ਤਾਂ ਪੁਰਸਕਾਰ ਆ, ਨਾ ਕੋਈ ਇਹਦੇ ਨਾਲ ਦੀ ਵੱਡੀ ਦੇਣ ਆ। ਤੇ ਮੈਂ ਇਸ ਚੀਜ਼ ਨੂੰ ਤਹਿਰੀਜ ਰੱਖਦਾ, ਇਸ ਸਮਝ ਕੇ, ਇਹ ਸੋਚ ਕੇ ਕੰਮ ਕਰਦਾ, ਜੋ ਵੀ ਕਰਦਾ। ਸੋਸ਼ਲ ਵਰਕ ਕਰਦਾ ਰਿਹਾ, ਨਾਲ ਕਰਦਾ ਰਹੂੰਗਾ, ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਦਾ ਰਹੂੰਗਾ। ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਕਿ ਮੇਰਾ ਸੁਨੇਹਾ ਵੀ ਆ, ਕਿਉਂਕਿ ਵੀ ਸਮਾਜ ਸੇਵਾ ਦੇ ਵਿੱਚ ਸਭ ਨੂੰ ਯੋਗਦਾਨ ਪਾਉਣਾ ਚਾਹੀਦਾ। ਤੇ ਦੇਖੋ, ਬਜ਼ੁਰਗਾਂ ਦੀ ਰਿਸਪੈਕਟ ਵੀ ਕਰਨੀ ਚਾਹੀਦੀ ਆ, ਬੱਚਿਆਂ ਦਾ ਸਨਮਾਨ ਕਰਨਾ ਚਾਹੀਦਾ, ਬੱਚੀਆਂ ਦਾ ਸਨਮਾਨ ਕਰਨਾ ਚਾਹੀਦਾ। ਬੜੇ ਸਾਡੇ ਚੱਲ ਰਹੀਆਂ ਕੰਪੇਨਾਂ ਚੱਲ ਰਹੀਆਂ, ਬੇਟੀ ਪੜਾਓ ਬੇਟੀ ਬਚਾਓ, ਇਸ ਤਰ੍ਹਾਂ। ਸਰ, ਤੁਸੀਂ ਇਹ ਜਿਹੜੀ ਨੌਜਵਾਨ ਪੀੜ੍ਹੀ ਅੱਗੇ ਚੱਲ ਰਹੀ ਆ, ਜੇ ਅੱਗੇ ਆਉਣ ਵਾਲੀ ਆ, ਇਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ? ਮੈਂ ਦੇਖੋ, ਮੈਂ ਕੋਈ ਏਡਾ ਗੁਣੀ ਗਿਆਨੀ ਹੈ ਨਹੀਂਗਾ ਜੋ ਕਿ ਮੈਂ ਕਿਸੇ ਨੂੰ ਇੱਕ ਸੁਨੇਹਾ, ਮੈਂ ਇੰਨਾ ਕਾਬਿਲ ਨਹੀਂਗਾ ਕਿ ਮੈਂ ਕਿਸੇ ਨੂੰ ਸੁਨੇਹਾ ਦੇਵਾਂ। ਪਰ ਮੈਂ ਮੇਰੀ ਆਪ ਦੀ ਦਿਲ ਦੀ ਮੇਰੀ ਜੋ ਤਮੰਨਾ ਹੈਗੀ, ਜੋ ਮੈਂ ਆਪਦੇ ਦਿਲ ਦੇ ਵਿੱਚ ਰੱਖ ਕੇ ਚੱਲਦਾ, ਕਿਉਂਕਿ ਵੱਡਿਆਂ ਦਾ ਸਤਿਕਾਰ ਕਰਨਾ ਚਾਹੀਦਾ, ਬੱਚਿਆਂ ਨੂੰ ਪਿਆਰ ਕਰਨਾ ਚਾਹੀਦਾ। ਕਿਉਂਕਿ ਮੇਰਾ ਇੱਕ ਮਿਸ਼ਨ ਸੀਗਾ, ਸੇਵ ਨੇਚਰ ਫਾਰ ਫਿਊਚਰ। ਕਿਉਂਕਿ ਜੇ ਆਪਾਂ ਕੁਦਰਤ ਨੂੰ ਸੰਭਾਲਾਂਗੇ, ਜੇ
ਆਪਾਂ ਕੁਦਰਤ ਦੇ ਦੱਸੇ ਹੋਏ ਜੇ ਕੁਦਰਤ ਦੇ ਨਿਯਮਾਂ ਦੇ ਖਿਲਾਫ ਜਾਵਾਂਗੇ ਤਾਂ ਬਿਲਕੁਲ ਗਲਤ ਹੋਊਗਾ। ਜੇ ਇਹਨੂੰ ਸੰਭਾਲਾਂਗੇ ਤੇ ਸਾਡੇ ਭਵਿੱਖ ਦੇ ਵਿੱਚ ਪਰੇਸ਼ਾਨੀਆਂ ਨਹੀਂ ਆਉਣੀਆਂ, ਸਾਡਾ ਭਵਿੱਖ ਸਵਾਰਿਆ ਵੀ ਜਾਊਗਾ, ਉਜਵਲ ਵੀ ਹੋਊਗਾ। ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਸਾਡੇ ਨਵੇਂ ਬੱਚੇ ਆ ਜਿਵੇਂ ਨਸ਼ਿਆਂ ਦੇ ਵੱਲ ਜਾ ਰਹੇ ਆ, ਉਹਨਾਂ ਨੂੰ ਇਹਨਾਂ ਵੱਲ ਨਹੀਂ ਜਾਣਾ ਚਾਹੀਦਾ। ਤਾਂ ਚੰਗੀ ਸਿਹਤ ਵਾਸਤੇ ਖੇਡਾਂ ਦੇ ਨਾਲ ਜੁੜਨਾ ਚਾਹੀਦਾ, ਮਾਂ ਪਿਓ ਦਾ ਆਦਰ ਕਰਨਾ ਚਾਹੀਦਾ ਤੇ ਜੋ ਵੱਡਿਆਂ ਦਾ ਮਾਣ ਸਤਿਕਾਰ ਕਰਨਾ ਚਾਹੀਦਾ। ਇਹੀ ਮੇਰਾ ਸੁਨੇਹਾ ਹੈਗਾ। ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ, ਤੁਸੀਂ ਇੰਨਾ ਸਮਾਂ ਕੱਢ ਕੇ ਮੇਰੇ ਘਰ ਤੱਕ ਪਹੁੰਚੇ। ਸੋ ਇਹ ਤੁਹਾਡੇ ਇੱਕ ਚੈਨਲ ਰਾਹੀਂ ਮੇਰਾ ਇੱਕ ਸੁਨੇਹਾ, ਮੇਰਾ ਸੰਦੇਸ਼ ਕਿ ਪੂਰੀ ਦੁਨੀਆ ਦੇ ਵਿੱਚ ਜਾਊਗਾ ਲੋਕਾਂ ਦੇ, ਤੇ ਹੋ ਸਕਦਾ ਕਿਸੇ ਨੂੰ ਇੱਕ ਚੰਗਾ ਮੈਸੇਜ ਵੀ ਮਿਲੂਗਾ। ਤੇ ਮੈਂ ਤੁਹਾਡਾ ਵੀ ਇਸ ਚੈਨਲ ਦਾ, ਤੁਹਾਡੀ ਸਾਰੀ ਟੀਮ ਦਾ ਬਹੁਤ ਬਹੁਤ ਆਭਾਰੀ ਹਾਂ, ਤਹਿ ਦਿਲੋਂ ਧੰਨਵਾਦ ਕਰਦਾ। ਸਤਨਾਮ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਜੋ ਸਾਨੂੰ ਆਪਣੀ ਜ਼ਿੰਦਗੀ ਬਾਰੇ ਜੋ ਵੀ ਤੁਹਾਡੇ ਨਾਲ ਬੀਤਿਆ ਸਾਨੂੰ ਦੱਸਿਆ, ਤੁਹਾਡਾ ਦਿਲੋਂ ਧੰਨਵਾਦ ਕਰਦੇ ਹਾਂ।